संभावना एक्सरसाइज 15.1 सवाल नंबर 12। तो संभावना का फार्मूला सानू पता की हुंदा है कि अनुकूल परिणामां दी संख्या बटा कुल परिणामां दी संख्या। ਤੁਹਾਡੇ क्वेश्चन नंबर 12 ਦੇ ਵਿੱਚ ਕੀ ਦਿੱਤਾ ਹੋਇਆ ਹੈ, ਇੱਕ ਖੇਡ ਦਿੱਤੀ ਗਈ ਹੈ ਤੇ ਖੇਡ ਦੇ ਵਿੱਚ ਇੱਕ ਤੁਹਾਡੇ ਕੋਲ ਤੀਰ ਲਗਾਇਆ ਗਿਆ ਸੈਂਟਰ ਦੇ ਵਿੱਚ ਤੇ ਉਹ ਤੀਰ ਨੂੰ ਘੁਮਾਇਆ ਜਾਂਦਾ ਹੈ ਤੇ ਤੀਰ ਕਿਸੇ ਵੀ ਨੰਬਰ ਤੇ ਆ ਕੇ ਰੁਕਦਾ ਹੈ। ਜਿਸ ਵੀ ਨੰਬਰ ਨੂੰ ਤੁਸੀਂ ਮੰਗਦੇ ਹੋ ਉਹ ਰੁਕੇਗਾ ਉਸ ਨੰਬਰ ਤੇ ਜਾਂ ਨਹੀਂ ਰੁਕੇਗਾ ਤੇ ਸਾਨੂੰ ਉਸ ਦੀ ਅਸੀਂ ਸੰਭਾਵਨਾ ਪਤਾ ਕਰਨ ਨੂੰ ਕਿਹਾ ਗਿਆ ਹੈ। ਇਸ ਤਰ੍ਹਾਂ ਪਹਿਲਾ ਸਵਾਲ ਹੈ ਜੋ ਸਾਡੇ ਕੋਲ ਉਹ ਕੀ ਹੈ ਕਿ ਸੰਭਾਵਨਾ ਪਤਾ ਕਰਨੀ ਹੈ ਤੀਰ 8 ਤੇ संकेत करेगा। ਹੁਣ ਸਾਡੇ ਕੋਲ ਕੁੱਲ परिणाम ਕਿੰਨੇ ਹਨ, ਸਾਡੇ ਕੋਲ ਮਤਲਬ ਕਿ ਤੀਰ ਕਿੱਥੇ ਕਿੱਥੇ ਰੁਕ ਸਕਦਾ ਹੈ, 8 ਨੰਬਰਾਂ ਤੱਕ ਹੀ ਰੁਕ ਸਕਦਾ। ਸਾਡੇ ਕੋਲ ਕੁੱਲ परिणाम ਕਿੰਨੇ ਆਉਂਦੇ ਨੇ 8। ਹੁਣ ਤੀਰ 8 ਤੇ ਰੁਕ ਰਿਹਾ ਹੈ। ਹੁਣ 8 ਕਿੰਨੀ ਵਾਰੀ ਆਉਂਦਾ ਸਾਰੇ ਨੰਬਰਾਂ ਦੇ ਵਿੱਚ, ਆਪਣੇ ਕੋਲ ਸੰਖਿਆਵਾਂ ਦੇ ਵਿੱਚ ਸਿਰਫ ਇੱਕ ਵਾਰੀ, ਮਤਲਬ ਕਿ ਅਨੁਕੂਲ परिणाम ਕਿੰਨੇ ਨੇ 1, ਮਤਲਬ ਕਿ 8 ਇੱਕ ਵਾਰੀ ਹੀ ਆ ਰਿਹਾ। ਇਸ ਦਾ ਉੱਤਰ ਕੀ ਹੋ ਜਾਂਦਾ ਸਾਡੇ ਕੋਲ 1/8। ਇਸ ਤਰ੍ਹਾਂ ਸਾਡੇ ਕੋਲ ਸਵਾਲ ਨੰਬਰ 2, एक टांक संख्या ते रुकेगा। तीर टांक संख्या ते रुकेगा। हुण टांक संख्यावां साडे कोल की हुंदियां ने ਜਿਹੜੀਆਂ 2 ਦੇ ਨਾਲ ਵੰਡੀਆਂ ਨਹੀਂ ਜਾਂਦੀਆਂ, ਉਹ ਕੀ ਹਨ ਸਾਡੇ ਕੋਲ 1 3 5 7। टांक संख्यावां ਕਿਹੜੀਆਂ ਨੇ, टांक संख्यावां 1 3 5 7 ਕਿੰਨੀਆਂ ਆ ਰਹੀਆਂ ਨੇ 4। ਇਹ ਸਾਡੇ ਕੋਲ ਅਨੁਕੂਲ परिणाम ਜਿਹੜੇ ਨੇ ਸਾਡੇ ਕੋਲ 4 ਆ ਜਾਂਦੇ ਹਨ ਤੇ ਕੁੱਲ परिणाम ਕਿੰਨੇ ਹਨ 8। ਹੁਣ 4 ਜਿਹੜਾ 8 ਦੇ ਨਾਲ ਭਾਗ ਹੁੰਦਾ ਹੈ 4 ਏਕਮ 4 4 दूनी 8। ਸਾਡੇ ਕੋਲ ਉੱਤਰ ਕਿੰਨਾ ਆ ਜਾਂਦਾ ਹੈ 1/2। ਇਸ ਤਰ੍ਹਾਂ ਸਵਾਲ ਨੰਬਰ 3, ਸੰਭਾਵਨਾ ਤੀਰ 2 ਤੋਂ ਵੱਡੀ ਸੰਖਿਆ ਤੇ ਰੁਕੇਗਾ। ਹੁਣ 2 ਤੋਂ ਵੱਡੀ ਸੰਖਿਆ ਦੀ ਗੱਲ ਹੋ ਰਹੀ ਹੈ। 2 ਤੋਂ ਵੱਡੀਆਂ ਕਿਹੜੀਆਂ ਨੇ 3 4 5 6 7 ਤੇ 8। ਸਾਡੇ ਕੋਲ ਕਿੰਨੀਆਂ ਹੋ ਜਾਂਦੀਆਂ ਨੇ ਇਹ 6 ਤੇ ਕੁੱਲ परिणाम ਸਾਡੇ ਕੋਲ 8। 2 ਤੀਏ 6 2 ਚੌਕੇ 8। ਇਹ ਦੋਵੇਂ ਸੰਖਿਆਵਾਂ ਜਿਹੜੀਆਂ 2 ਦੇ ਨਾਲ ਭਾਗਯੋਗ ਸਨ, ਇਸ ਲਈ ਦੋਵਾਂ ਨੂੰ 2 ਨਾਲ ਭਾਗ ਕਰ ਦਿੱਤਾ ਗਿਆ। 2 ਤੀਏ 6 ਆ ਗਿਆ ਤੇ 2 ਚੌਕੇ 8 ਤੇ ਸਾਡੇ ਕੋਲ ਉੱਤਰ ਕੀ ਆ ਜਾਂਦਾ ਹੈ 3/4। भाग नंबर 4, संभावना तीर 9 तो छोटी संख्या ते रुकेगा। हुण सानू की कहा गया 9 तो छोटी संख्या, संख्यावां तां 8 तक दित्तियां गईयां ने, इसलिए 9 तो छोटियां संख्यावां कितनियां हो गईयां साडे कोल 8 हो जांदियां हन ते साडे कोल कुल परिणाम कितने आ गए 8 ते कुल परिणाम भी कितने आ गए 8 आ गए हैं। ध्यान नाल देखना कि 9 तो छोटी क्या है, 9 तो छोटियां सारियां संख्यावां 8 7 6 5 4 3 2 1 सारियां 9 तो छोटियां हैं, इसलिए सारियां संख्यावां अनुकूल परिणाम दे विच आंदियां हैं। इसलिए 8 ते 8 नाल भाग हुंदा है, अपने को कितना आ जांदा है उत्तर 1 आ जांदा है। सवाल नंबर 13, जिस विच कि साडे कोल एक पासे नूं एक बार सुट्टिया जांदा है ते उस नाल संबंधित साडे कोल नीचे जो दिते गए हैं 3 भाग दिते गए हैं, उन्हें संभावना पता करने को किया गया है। भाग नंबर 1, संभावना 1 अभाज संख्या, मतलब कि जो पासे नूं सुट्टिया जाता है तो दसो कि पासे दे उपर की आता है। पासा मतलब लूडो की गिटी आप देखते हैं, पहला भी आप इसनूं वेख चुके हैं कि साडे कोल एक पासा है, जो इसनूं सुट्टिया जाता है की कहंदा एक भाज संख्या आउंदी है। हुण शब्द की आंदा साडे कोल आ भाज। भाज का मतलब हुंदा कि जिहड़ी संख्या किसी पहाड़े दे विच आ जाए, जिहड़ी किसी संख्या ना वंडी जाए, बट आ भाज का मतलब कि उसका उल्ट हो जाता है कि जिहड़ी संख्या ना वंडी जाए। इस तरह साडे कोल संख्यावां किहड़ियां आंदियां हन। हुण पासे दा जो संभावित परिणाम पहला लिखी की हुंदे हन, पासे दे संभावित परिणाम 1 2 3 4 5 ਅਤੇ 6। ਕੁੱਲ ਸਾਡੇ ਕੋਲ 6 परिणाम ਹਨ, ਇਸ ਲਈ ਸਾਡੇ ਕੋਲ ਕੀ ਆਉਂਦਾ ਹੈ ਅਭਾਜ ਸੰਖਿਆਵਾਂ ਕਿਹੜੀਆਂ ਹਨ ਸਾਡੇ ਕੋਲ 2 3 ਅਤੇ 5।
ਹੁਣ ਇਹ ਸੰਖਿਆਵਾਂ ਨੂੰ ਜਿਹੜੀਆਂ ਕਿਸੇ ਵੀ ਪਹਾੜੇ 'ਚ ਨਹੀਂ ਆਉਂਦੀਆਂ, ਸਿਰਫ ਇਹਨਾਂ ਦੇ ਗੁਣਨਖੰਡ 2 ਦੇ ਗੁਣਨਖੰਡ 1 ਤੇ 2 ਹੋਣਗੇ, ਤੀਸਰੇ 3 ਦੇ ਵੀ 1 ਤੇ 3 ਹੋਣਗੇ, ਇਸਰੇ 5 ਦੇ ਵੀ 1 ਤੇ 5 ਹੋਣਗੇ। ਕਿਸੇ ਵੀ ਸੰਖਿਆ ਨਾਲ ਵੰਡੀਆਂ ਨਹੀਂ ਜਾਂਦੀਆਂ। ਹੁਣ ਸਾਡੇ ਕੋਲ ਅਨੁਕੂਲ ਪਰਿਣਾਮ ਕਿੰਨੇ ਆ ਗਏ? ਸਾਡੇ ਕੋਲ 3 ਸੰਖਿਆਵਾਂ ਆ ਰਹੀਆਂ, 3 ਕੁੱਲ ਕਿੰਨੇ ਹਨ ਸਾਡੇ ਕੋਲ? 6। ਹੁਣ 3 ਜਿਹੜਾ 6 ਨਾਲ ਭਾਗਯੋਗ ਹੈ, ਇਸ ਲਈ 3 ਏਕਮ 3, 3 ਦੂਣੀ 6, ਸਾਡੇ ਕੋਲ ਕੀ ਆ ਜਾਂਦਾ ਹੈ 1/2। ਇਸ ਤਰ੍ਹਾਂ ਹੀ ਸਵਾਲ ਨੰਬਰ 2, 2 ਅਤੇ 6 ਦੇ ਵਿਚਕਾਰ ਕੋਈ ਸੰਖਿਆ, 6 ਦੇ ਵਿਚਕਾਰ ਕੋਈ ਸੰਖਿਆ। ਹੁਣ ਪਾਸੇ ਦੇ ਉੱਪਰ ਸੰਖਿਆ ਕਿਹੜੀ ਆ ਰਹੀ ਹੈ? 2 ਅਤੇ 6 ਦੇ ਵਿਚਕਾਰ। ਹੁਣ ਇਹ ਹੋ ਗਿਆ ਸਾਡੇ ਕੋਲ 2 ਤੇ 6, ਸਾਡੇ ਕੋਲ ਕਿਹੜੀ ਗੱਲ ਕਹਿੰਦੇ ਇਹਨਾਂ ਦੇ ਵਿਚਕਾਰ, ਇਹਨਾਂ ਦੇ ਵਿਚਕਾਰ ਕਿਹੜੇ ਨੰਬਰ ਆ ਰਹੇ ਨੇ? 3 4 ਤੇ 5। ਕਿੰਨੇ ਹੋ ਗਏ ਸਾਡੇ ਕੋਲ ਕੁੱਲ? 3। ਅਨੁਕੂਲ ਪਰਿਣਾਮ 3 ਤੇ ਕੁੱਲ ਪਰਿਣਾਮ 6। 3 ਏਕਮ 3, 3 ਦੂਣੀ 6 ਤੇ ਇਹ ਵੀ ਸਾਡੇ ਕੋਲ ਕਿੰਨਾ ਆ ਜਾਂਦਾ ਹੈ 1/2 ਆ ਜਾਂਦਾ ਹੈ। ਇਸ ਤਰ੍ਹਾਂ ਸਾਡੇ ਕੋਲ ਭਾਗ ਨੰਬਰ 3, ਇੱਕ ਟਾਂਕ ਸੰਖਿਆ, ਇੱਕ ਟਾਂਕ ਸੰਖਿਆ। ਹੁਣ ਅਸੀਂ ਕਿਹੜੀਆਂ ਆਉਂਦੀਆਂ? 1 3 ਅਤੇ 5। ਕੁੱਲ ਸਾਡੇ ਕੋਲ 6 ਪਰਿਣਾਮ ਤੇ ਟਾਂਕ ਸੰਖਿਆਵਾਂ ਕਿੰਨੀਆਂ ਹਨ? 3। 3 ਏਕਮ 3, 3 ਦੂਣੀ 6, ਇਹ ਵੀ ਸਾਡੇ ਕੋਲ ਕਿੰਨਾ ਆ ਜਾਂਦਾ ਹੈ 1/2 ਉੱਤਰ ਆ ਜਾਂਦਾ ਹੈ। ਸਵਾਲ ਨੰਬਰ 14, ਇਸ ਵਿੱਚ ਕੀ ਸਾਡੇ ਕੋਲ 52 ਪੱਤਿਆਂ ਦੀ ਤਾਸ਼ ਦੀ ਗੁੱਟੀ, ਜਿਸ ਨੂੰ ਕਿ ਫੈਂਟਿਆ ਜਾਂਦਾ ਹੈ, ਉਸ ਨੂੰ ਫੈਂਟਣ ਤੋਂ ਬਾਅਦ ਉਸ ਦੇ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਹੁਣ ਜਿਹੜਾ ਪੱਤਾ ਬਾਹਰ ਆਉਂਦਾ ਹੈ ਉਹ ਪੱਤੇ ਆ ਕਿਹੜਾ ਆਉਂਦਾ ਹੈ, ਉਸ ਨਾਲ ਸੰਬੰਧਿਤ ਸਾਡੇ ਕੋਲ ਸਵਾਲ ਹਨ। ਭਾਗ ਨੰਬਰ 1, ਪਹਿਲੇ ਵਿੱਚ ਕੀ ਸਾਡੇ ਕੋਲ ਕਿਹਾ ਗਿਆ ਹੈ? ਸੰਭਾਵਨਾ ਪਤਾ ਕਰੋ, ਲਾਲ ਰੰਗ ਦਾ ਪੱਤਾ। ਹੁਣ ਸਾਨੂੰ ਪਤਾ ਹੈ ਕਿ ਤਾਸ਼ ਦੇ ਵਿੱਚ ਟੋਟਲ 52 ਪੱਤੇ ਹੁੰਦੇ ਹਨ। 52 ਪੱਤਿਆਂ ਦੇ ਵਿੱਚ ਸਾਡੇ ਕੋਲ 26 ਜਿਹੜੇ ਨੇ 26 ਪੱਤੇ ਲਾਲ ਰੰਗ ਦੇ ਤੇ 26 ਹੀ ਸਾਡੇ ਕੋਲ ਕਾਲੇ ਰੰਗ ਦੇ ਹੁੰਦੇ ਹਨ, ਕਾਲੇ ਰੰਗ ਦੇ। ਇਸ ਵਿੱਚ ਕੀ ਸੀਗਾ ਸਾਡੇ ਕੋਲ? ਲਾਲ ਰੰਗ ਦਾ ਬਾਦਸ਼ਾਹ ਪਤਾ ਕਰਨਾ ਸੀ, ਬਾਦਸ਼ਾਹ। ਹੁਣ ਲਾਲ ਰੰਗ ਦੇ ਪੱਤੇ ਕਿੰਨੇ? 26। ਸਾਨੂੰ ਪਤਾ ਹੈ ਕਿ ਜੇ ਲਾਲ ਰੰਗ ਦੇ 26 ਪੱਤੇ, ਇਸ ਵਿੱਚ 2 ਤਰ੍ਹਾਂ ਦੇ ਪੱਤੇ ਹੁੰਦੇ ਹਨ। ਸਾਡੇ ਕੋਲ ਕੇ 2 ਇਹਦੇ ਚ ਹੋ ਗਈਆਂ, 2 ਕੀ ਸਾਡੇ ਕੋਲ ਇਹਦੇ ਚ ਹੁੰਦੀਆਂ ਹਨ। ਹੁਣ ਦੇਖੋ ਸਾਡੇ ਕੋਲ ਲਾਲ ਰੰਗ ਦੀਆਂ ਕੇ ਕਿੰਨੀਆਂ ਆ ਗਈਆਂ, ਬਾਦਸ਼ਾਹ ਕਿੰਨੇ ਆ ਗਏ? 2। ਇਸ ਲਈ ਸਾਡੇ ਕੋਲ ਜੋ ਅਨੁਕੂਲ ਪਰਿਣਾਮ, ਲਾਲ ਰੰਗ, ਸਿਰਫ ਲਾਲ ਰੰਗ ਦੇ ਬਾਦਸ਼ਾਹ ਨੂੰ ਵੇਖਿਓ ਸਾਡੇ ਕੋਲ 2 ਹੀ ਆਉਂਦੇ ਹਨ। ਉਹ ਸਾਡੇ ਕੋਲ ਅਨੁਕੂਲ ਪਰਿਣਾਮ ਜਿਹੜੇ ਆ ਬਣ ਜਾਣਗੇ। ਉਹ ਸਾਡੇ ਕੋਲ ਕਿੰਨੇ ਹੋ ਗਏ? 2। ਤੇ ਕੁੱਲ ਪਰਿਣਾਮ ਕਿਹੜੇ ਹੋਣਗੇ? ਕਿੰਨੇ ਪੱਤੇ ਗਏ ਦਿੱਤੇ ਹੈਗੇ ਸਾਡੇ ਕੋਲ? 52 ਪੱਤੇ ਦਿੱਤੇ ਗਏ ਨੇ ਸਾਰੇ। ਇਹ ਆ ਗਿਆ ਸਾਡੇ ਕੋਲ 52। ਹੁਣ ਦੇਖੀਏ 2 ਜਿਹੜਾ ਇੱਕ ਜਿਸ ਸੰਖਿਆ ਹੈ ਤੇ 52 ਜਿਸ ਸੰਖਿਆ ਹੈ। ਹੁਣ 2 ਜਿਹੜਾ ਇਸ ਲਈ 52 ਦੇ ਨਾਲ ਭਾਗ ਹੋਵੇਗਾ। 2 ਏਕਮ 2, 2 ਦੂਣੀ 4, ਇੱਥੇ 12 ਬਣਨਗੇ, 2 ਛਿਕੇ 12। ਕਿੰਨਾ ਆ ਜਾਂਦਾ ਸਾਡੇ ਕੋਲ? 1/26 ਜੋ ਸਾਡੇ ਕੋਲ ਉੱਤਰ ਆ ਜਾਂਦਾ ਹੈ। ਇਸ ਤਰ੍ਹਾਂ ਹੀ ਸਵਾਲ ਨੰਬਰ 2, ਸੰਭਾਵਨਾ ਪਤਾ ਕਰੋ, ਇੱਕ ਤਸਵੀਰ ਵਾਲਾ ਪੱਤਾ। ਹੁਣ ਤਸਵੀਰ ਵਾਲਾ ਪੱਤਾ ਮੈਨੂੰ ਪਤਾ ਹੈ ਕਿ ਕੇ, ਕਿਊ ਤੇ ਜੇ ਤਿੰਨੋਂ ਜੋ ਹਨ ਉਹ ਤਸਵੀਰ ਵਾਲੇ ਜਿਹੇ ਚਿੱਤਰ ਪੱਤੇ ਹੁੰਦੇ ਹਨ। ਹੁਣ ਸਾਡੇ ਕੋਲ 3 ਹੁੰਦੇ ਨੇ ਇਹ ਸਾਡੇ ਕੋਲ ਇੱਟ ਦੇ ਵਿੱਚ, ਤੇ 3 ਹੀ ਸਾਡੇ ਕੋਲ ਹੁੰਦੇ ਹਨ ਪਾਨ ਦੇ ਵਿੱਚ, 3 ਹੀ ਸਾਡੇ ਕੋਲ ਚਿੜੀਆ, ਤੇ 3 ਹੀ ਸਾਡੇ ਕੋਲ ਹੁਕਮ ਦੇ ਵਿੱਚ ਹੁੰਦੇ ਹਨ। 3 ਇੱਥੇ ਹੁੰਦੇ ਹਨ, 3 ਹੀ ਇੱਧਰ, 3 ਹੀ ਇੱਧਰ, 3 ਹੀ ਇੱਧਰ, ਤੇ ਸਾਡੇ ਕੋਲ ਟੋਟਲ ਕਿੰਨੇ ਬਣ ਗਏ ਹਨ? 12। ਇਸ ਲਈ ਅਨੁਕੂਲ ਪਰਿਣਾਮ ਸਾਡੇ ਕੋਲ ਕਿੰਨੇ ਹੋਣਗੇ? 12। ਤੇ ਕੁੱਲ ਪਰਿਣਾਮ ਕਿੰਨੇ ਨੇ? 52 ਤੇ 52 ਹੀ ਚੱਲੀ ਜਾਣਗੇ। ਹੁਣ ਇਸ ਕੀ ਆਇਆ ਸਾਡੇ ਕੋਲ? 12/52। ਹੁਣ ਫਿਰ ਅਸੀਂ ਇਸ ਨੂੰ ਕੱਟਦੇ ਹਾਂ, 2 ਛਿਕੇ 12 ਤੇ 26 ਦੂਣ 52। ਇਹ ਆਂਦਾ ਸਾਡੇ ਕੋਲ 6/26।
2 ਤੀਏ 6, 2 ਏਕਮ 2, 2 ਤੀਏ 6, ਸਾਡੇ ਕੋਲ ਕਿੰਨਾ ਆਉਂਦਾ 3/13 ਇਸ ਦਾ ਉੱਤਰ ਆ ਜਾਂਦਾ ਹੈ। 3 ਸੰਭਾਵਨਾ ਲਾਲ ਰੰਗ ਦਾ ਤਸਵੀਰ ਵਾਲਾ ਪੱਤਾ। ਹੁਣ ਅਸੀਂ ਇਹ ਵੇਖੀਏ ਤਾਂ ਲਾਲ ਰੰਗ ਦੇ ਤਸਵੀਰ ਵਾਲੇ ਪੱਤੇ ਕਿੰਨੇ ਸਾਡੇ ਕੋਲ 3 ਇੱਟ 'ਚ ਤੇ 3 5 ਕਿੰਨੇ ਬਣ ਜਾਂਦੇ ਨੇ 6। ਅਨੁਕੂਲ ਪਰਿਣਾਮ ਕਿੰਨੇ ਹੋ ਗਏ 6, ਕੁੱਲ ਪਰਿਣਾਮ 52। 2 ਤੀਏ 6 ਤੇ 26 ਦੂਣ 52 ਕਿੰਨਾ ਆਉਂਦਾ ਸਾਡੇ ਕੋਲ 3/26। ਇਸ ਤਰ੍ਹਾਂ ਸਵਾਲ ਨੰਬਰ 4 ਆਉਂਦਾ ਹੈ। ਸੰਭਾਵਨਾ ਕਿ ਕੱਢਿਆ ਗਿਆ ਪੱਤਾ ਪਾਨ ਦਾ ਗੁਲਾਮ ਹੋਵੇਗਾ। ਗੁਲਾਮ ਦਾ ਮਤਲਬ ਸਾਡੇ ਕੋਲ ਕਿਹਦੀ ਗੱਲ ਕਰ ਰਿਹਾ ਹੈ ਜੇ ਦੀ। ਹੁਣ ਪਾਨ ਦੇ ਵਿੱਚ ਕੀ ਆ ਸਾਡੇ ਕੋਲ ਇੱਕ ਕੇ ਹੁੰਦੀ, ਇੱਕ ਕਿਉ ਹੁੰਦੀ ਤੇ ਇੱਕ ਹੀ ਜੇ ਹੁੰਦੀ ਆ। ਪਾਨ ਦੇ ਵਿੱਚ ਸਾਡੇ ਕੋਲ ਕਿੰਨੀਆਂ ਜੇ ਨੇ, ਕਿੰਨੇ ਸਾਡੇ ਕੋਲ ਗੁਲਾਮ ਹਨ, ਇੱਕ ਗੁਲਾਮ ਹੈ ਸਾਡੇ ਕੋਲ। ਅਨੁਕੂਲ ਪਰਿਣਾਮ ਕਿੰਨੇ ਹੋ ਗਏ 1, ਕਿਉਂਕਿ ਪਾਨ ਦੇ ਸਿਰਫ ਪਾਨ ਦੇ ਹੀ ਗੁਲਾਮ ਦੀ ਗੱਲ ਕੀਤੀ ਗਈ ਹੈ। ਕੁੱਲ ਪਰਿਣਾਮ ਸਾਡੇ ਕੋਲ ਕਿੰਨੇ ਨੇ 52। ਇਹ ਕੀ ਆ ਜਾਂਦਾ ਸਾਡੇ ਕੋਲ 52। ਇੱਕ ਭਾਸ 1 ਤੇ 52 ਆਪਸ ਵਿੱਚ ਨਹੀਂ ਕੱਟੇ ਜਾਂਦੇ, ਇਸ ਲਈ ਸਾਡੇ ਕੋਲ ਕੀ ਆ ਗਿਆ 1/52 ਆ ਜਾਂਦਾ ਹੈ। ਕੱਢਿਆ ਗਿਆ ਪੱਤਾ ਹੁਕਮ ਦਾ ਹੋਵੇਗਾ। ਹੁਕਮ ਦਾ ਪੱਤਾ। ਹੁਣ ਸਾਨੂੰ ਪਤਾ ਹੈ ਕਿ ਪੱਤੇ ਕਿਹੜੇ ਕਿਹੜੇ ਹੁੰਦੇ ਸਾਡੇ ਕੋਲ ਹੁਕਮ, ਚਿੜੀਆ, ਪਾਨ ਤੇ ਇੱਟ। ਇਹ ਵੀ ਸਾਡੇ ਕੋਲ 13 ਪੱਤੇ, ਇਹ ਵੀ 13, ਇਹ ਵੀ 13 ਤੇ ਇਹ ਵੀ 13। ਹੁਣ ਕਿਹੜੇ ਪੱਤੇ ਦੀ ਗੱਲ ਕੀਤੀ ਗਈ ਹੁਕਮ ਦਾ ਪੱਤਾ। ਹੁਕਮ ਦਾ ਪੱਤਾ ਹੁਣ ਜਿਹੜਾ ਉਹ 13 ਪੱਤਿਆਂ ਦੇ ਵਿੱਚੋਂ ਕੋਈ ਵੀ ਇੱਕ ਪੱਤਾ ਹੋ ਸਕਦਾ ਹੈ। ਇਸ ਲਈ ਸਾਡੇ ਕੋਲ ਅਨੁਕੂਲ ਪਰਿਣਾਮ ਕਿੰਨੇ ਹੋਣਗੇ ਸਾਡੇ ਕੋਲ 13 ਤੇ ਕੁੱਲ ਪਰਿਣਾਮ 52। 13 ਦਾ ਪਹਾੜਾ ਆਪਾਂ ਪੜ੍ਹਦੇ ਆ ਤਾਂ 13 ਦੇ ਨਾਲ 52 ਜਿਹੜਾ ਭਾਗ ਹੁੰਦਾ ਹੈ 13 ਏਕਮ 13, 13 ਚੌਕ 52, 1/4। ਸਵਾਲ ਨੰਬਰ 6 ਕਿ ਕੱਢਿਆ ਗਿਆ ਪੱਤਾ ਇੱਕ ਇੱਟ ਦੀ ਬੇਗਮ ਹੋਵੇਗੀ। ਹੁਣ ਦੇਖੋ ਧਿਆਨ ਨਾਲ ਕਿ ਸਾਡੇ ਕੋਲ ਕਿਹਦੀ ਗੱਲ ਕੀਤੀ ਗਈ ਇੱਟ। ਹੁਣ ਇੱਟ ਦੇ ਜਿਹੜੇ ਪੱਤੇ ਨੇ ਸਾਡੇ ਕੋਲ ਕਿੰਨੇ ਹਨ 13। 13 ਪੱਤਿਆਂ ਦੇ ਵਿੱਚ ਕਿਹੜੇ ਪੱਤੇ ਦੀ ਗੱਲ ਕਰ ਰਿਹਾ ਸਾਡੇ ਕੋਲ ਸਿਰਫ ਬੇਗਮ ਦੀ ਗੱਲ ਕਰ ਰਿਹਾ। ਇਸ ਦੇ ਵਿੱਚੋਂ ਸਿਰਫ ਇੱਕ ਕਿਉ ਦੀ ਗੱਲ ਕਰ ਰਿਹਾ ਹੈ, ਬਾਕੀ ਪੱਤੇ ਜਿਹੜੇ ਸਾਡੇ ਕੋਲ ਨਹੀਂ ਗੱਲ ਕਰ ਰਿਹਾ। ਅਨੁਕੂਲ ਪਰਿਣਾਮ ਸਾਡੇ ਕੋਲ ਕਿੰਨੇ ਹੋ ਜਾਣਗੇ, ਕਿਉ ਸਿਰਫ ਇੱਕ ਹੀ ਹੈ, ਇੱਕ ਅਨੁਕੂਲ ਪਰਿਣਾਮ, ਇਸ ਲਈ ਕੁੱਲ ਪਰਿਣਾਮ 52 ਤੇ ਸਾਡੇ ਕੋਲ ਆਨਸਰ ਕੀ ਆ ਗਿਆ 1/52।